ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਚਵਰ ਸ਼ਦਰ ਤਖਤ ਦੇ ਮਾਲਕ, ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼, ਦਸਾਂ ਗੁਰਾਂ ਦੀ ਪਾਵਨ ਪਵਿੱਤਰ ਜੋਤ, ਸ਼ਬਦ ਗੁਰੂ ਅਵਤਾਰ, ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ, ਦੋ ਜਹਾਨ ਕੇ ਵਾਲੀ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜੀ ਹੋਈ ਗੁਰੂ ਰੂਪ, ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਦੁਲਾਰੀ, ਗੁਰੂ ਨਿਆਰੀ ਸਾਧ ਸੰਗਤ ਜੀ, ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਡੇ ਸਾਰਿਆਂ ਦੇ ਮਨ ਬਿਰਤੀਆਂ ਇਕਾਗਰ ਕਰਕੇ ਆਪਣੇ ਚਰਨਾਂ ਵਿੱਚ ਜੋੜਨ। ਬਹੁਤ ਹੀ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬਾਂ ਜੀ ਨੇ ਵੱਡਮੁੱਲੇ ਬਚਨ ਆਪ ਸਾਰਿਆਂ ਨਾਲ ਸਾਂਝੇ ਕੀਤੇ ਕਿ ਅੱਜ ਦੀ ਦੁਨੀਆ ਦੇ ਵਿੱਚ ਪ੍ਰਚਾਰ ਦੇ ਵੱਖ-ਵੱਖ ਤਰੀਕਿਆਂ ਦੀ ਲੋੜ ਹੈ। ਚੱਲ ਰਹੀ ਲੜੀਵਾਰ ਕਥਾ ਦਾ ਸ਼ਬਦ ਟੂਕ ਮਾਤਰ ਆਪ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ। ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਗੁਰਬਾਣੀ ਦੀ ਕਥਾ, ਗੁਰਬਾਣੀ ਦੇ ਵਿਚਾਰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹੀ ਕਰ ਸਕਦੇ ਨੇ। ਅਸੀਂ ਦੁਨਿਆਵੀ ਜੀਵ ਕੋਸ਼ਿਸ਼ ਕਰ ਸਕਦੇ ਹਾਂ ਸ਼ਬਦ ਗੁਰੂ ਨੂੰ ਸਮਝਣ ਦੀ, ਤੇ ਕਿੱਥੇ 0.00001% ਸਮਝ ਆ ਜਾਵੇ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਸਕੀਏ, ਤਾਂ ਕਿ ਜੋ ਆਸੇ ਦੇ ਨਾਲ, ਜਿਸ ਵਿਜ਼ਨ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਪਿਆਰ ਭਰਪੂਰ ਭਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਬਖਸ਼ਿਸ਼ ਕੀਤੀ, ਉਸ ਬਾਣੀ ਦੇ ਆਧਾਰ 'ਤੇ ਆਪਣਾ ਜੀਵਨ ਜੀ ਸਕੀਏ। ਸੋ ਅੱਜ ਦਾ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 399 ਅੰਗ 'ਤੇ ਸੁਸ਼ੋਭਿਤ ਹਨ। ਆਸਾ ਰਾਗ ਦੇ ਵਿੱਚ ਪੰਜਵੇਂ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਰਸਨਾ ਮੁਖਾਰਬਿੰਦ ਤੋਂ ਉਚਾਰਨ ਹੋਈ ਧੁਰ ਕੀ ਬਾਣੀ। ਆਸਾ ਮਹੱਲਾ ਪੰਜਵਾ। ਰਾਗ ਦਾ ਨਾਮ ਆਸਾ ਹੈ ਸਾਧ ਸੰਗਤ ਜੀ, ਔਰ ਇਹ ਆਸਾ ਹੀ ਸਾਡੇ ਮਨ ਦੇ ਵਿੱਚ ਭਰਦਾ ਹੈ ਪੋਜ਼ੀਟਿਵਿਟੀ, ਆਪਟਿਮਿਜ਼ਮ, ਜਿਹਨੂੰ ਆਪਾਂ ਚੰਗੀ ਸੋਚ ਕਹਿ ਦਿੰਦੇ ਹਾਂ। ਅੰਮ੍ਰਿਤ ਵੇਲੇ ਆਸਾ ਜੀ ਦੇ ਵਾਰ ਦੇ ਕੀਰਤਨ ਸੁਣੇ। ਇਹ ਗੁਰੂ ਮਹਾਰਾਜ ਨੇ ਮਰਿਆਦਾ ਇਸੇ ਕਰਕੇ ਬਣਾਈ ਕਿ ਆਸਾ ਰਾਗ ਜਿਹੜਾ ਖਿੜਿਆ ਹੋਇਆ ਰਾਗ, ਦਿਨ ਦੀ ਸ਼ੁਰੂਆਤ ਭੈੜੇ ਗੱਲਾਂ ਦੇ ਨਾਲ ਜਾਂ ਮਾੜੇ ਖਿਆਲਾਂ ਦੇ ਨਾਲ ਨਾ ਹੋਵੇ,
ਇਸ ਕਰਕੇ ਆਸਾ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਸ਼ੁਰੂ ਹੋਈ। ਆਸਾ ਰਾਗ ਕੇਵਲ ਤੇ ਕੇਵਲ ਖਿੜਿਆ ਹੋਇਆ ਰਾਗ। ਗੁਰਬਾਣੀ ਦੇ ਜਿੰਨੇ ਵੀ ਸ਼ਬਦ ਸਾਰੇ ਦੇ ਸਾਰੇ ਪੋਜ਼ਿਟਿਵਿਟੀ ਨਾਲ ਭਰ ਦਿੰਦੇ ਨੇ ਸਾਡੇ ਦਿਨ ਨੂੰ। ਅੱਜ ਦਾ ਸ਼ਬਦ ਸਾਧ ਸੰਗਤ ਜੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਇਹਦੀ ਉਸਾਰੀ ਦੀ ਸੋਚ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਸ਼ੁਰੂ ਹੋਈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਬਣਾਉਣ ਦੇ ਖਿਆਲ, ਆਪਣੇ ਵਿਚਾਰ ਸੋਢੀ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨਾਲ ਡਿਸਕਸ ਕੀਤੇ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਤਿਆਰ ਕਰਵਾਉਣ ਦਾ ਕਾਰਜ ਸ਼ੁਰੂ ਕੀਤਾ ਔਰ ਕਰਦੇ ਕਰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਉਹਨਾਂ ਨੇ ਦਰਬਾਰ ਸਾਹਿਬ ਦੀ ਉਸਾਰੀ ਤੇ ਨਾਲੇ ਨਾਲੇ ਅੰਮ੍ਰਿਤ ਸਰੋਵਰ ਦੀ ਸੰਪੂਰਨਤਾ ਕਰਵਾਈ। ਇਹ ਜਾਣ ਕੇ ਬਹੁਤ ਮਾਣ ਮਹਿਸੂਸ ਹੋਵੇਗਾ ਕਿ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਰੀ ਆਰਕੀਟੈਕਚਰਲ ਵਿੱਦਿਆ, ਦਰਬਾਰ ਸਾਹਿਬ ਦੇ ਦਰਵਾਜ਼ੇ ਕਿੰਨੇ ਵੱਡੇ ਹੋਣ, ਕਿੰਨੇ ਛੋਟੇ ਹੋਣ, ਕਿੰਨਾ ਆਕਾਰ ਹੋਵੇ, ਦਰਸ਼ਨੀ ਡਿਓਢੀ, ਸਰੋਵਰ ਕਿੰਨਾ ਵੱਡਾ, ਇਹ ਸਾਰੀ ਦੀ ਸਾਰੀ ਆਰਕੀਟੈਕਚਰਲ ਗਾਈਡੈਂਸ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਆਪ ਤਿਆਰ ਕਰਵਾਇਆ। ਜਦੋਂ ਦਰਬਾਰ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਦਰਬਾਰ ਤਿਆਰ ਹੋਏ, ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੇਅੰਤ ਸ਼ਬਦ ਉਚਾਰਨ ਕੀਤੇ ਸ਼ੁਕਰਾਨੇ ਦੇ ਵਿੱਚ। ਆਪਣੇ ਗੁਰੂ, ਆਪਣੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਵਡਿਆਈਆਂ ਦੇ ਵਿੱਚ, ਉਹਨਾਂ ਦੇ ਪਰਉਪਕਾਰਾਂ ਨੂੰ ਚਿੰਤਨ ਕਰਦੇ ਹੋਏ, ਔਰ ਉਹਨਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਜਿਹੜਾ ਅੱਜ ਆਸਾਦ ਰਾਗ ਦੇ ਵਿੱਚ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ, ਇਹ ਸ਼ਬਦ ਉਹਨਾਂ ਸ਼ਬਦਾਂ ਦੇ ਵਿੱਚੋਂ ਸਾਧ ਸੰਗਤ ਜੀ ਜੋ ਉਸ ਸਮੇਂ ਦੇ ਵਿੱਚ ਇੱਕ ਸ਼ੁਕਰਾਨੇ ਰੂਪ ਦੇ ਵਿੱਚ ਖੁਸ਼ੀ ਕਹਿ ਸਕਦੇ ਹਾਂ ਕਿ ਆਪਣੇ ਗੁਰੂ ਜੀ ਦਾ ਸੁਪਨਾ ਪੂਰਾ ਹੋਇਆ। ਸਿੱਖੀ ਦੇ ਸੰਗਤਾਂ ਨੂੰ, ਜਗਤ ਨੂੰ ਇੱਕ ਸਿੱਖੀ ਦਾ ਸੈਂਟਰ ਮਿਲਿਆ ਔਰ ਉਸ ਨਿਸ਼ਾਨੇ ਦੇ ਨਾਲ ਸਾਧ ਸੰਗਤ ਜੀ, ਜਿਸ ਨਿਸ਼ਾਨੇ ਦੇ ਵਿੱਚ ਇਹੋ ਜਿਹੀ ਇਮਾਰਤ ਕਦੀ ਪਹਿਲੇ ਕਿਸੇ ਨੇ ਦੇਖੀ ਨਹੀਂ ਸੀਗੀ। ਆਪਾਂ ਸਾਰਿਆਂ ਨੂੰ ਪਤਾ ਹੈ, ਹਿੰਦੂ ਵੀਰ ਵੀ ਇੱਥੇ ਬੈਠੇ ਹੋਣੇ ਨੇ। ਮੰਦਿਰਾਂ ਦੀ ਜਿਹੜੀ ਆਰਕੀਟੈਕਚਰਲ ਇਮਾਰਤਾਂ ਹੈਗੀਆਂ ਸਾਧ ਸੰਗਤ ਜੀ, ਉਹ ਆਮ ਗਰਾਊਂਡ ਲੈਵਲ ਤੋਂ ਉੱਪਰ ਉੱਠ ਕੇ ਬਣਾਈਆਂ ਜਾਂਦੀਆਂ, ਪੌੜੀਆਂ ਚੜ੍ਹ ਕੇ ਆਪਾਂ ਉੱਪਰ ਜਾਂਦੇ ਹਾਂ। ਆਮ ਤੌਰ 'ਤੇ ਤਕਰੀਬਨ ਹਿੰਦੁਸਤਾਨ ਵਿੱਚ ਅਤੇ ਹਿੰਦੁਸਤਾਨ ਤੋਂ ਬਾਹਰ ਵੀ ਜਿੰਨੇ ਵੀ ਮੰਦਿਰ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੰਨੀ ਬਖਸ਼ਿਸ਼ਾਂ ਕੀਤੀਆਂ, ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਕਹਿੰਦੇ ਗੁਰੂ ਦਰਬਾਰ 'ਚ ਆਈਏ ਅਤੇ ਨੀਵੇਂ ਹੋ ਕੇ ਆਈਏ। ਸਾਰਾ ਦਾ ਸਾਰਾ ਦਰਬਾਰ ਸਾਹਿਬ ਗਰਾਊਂਡ ਲੈਵਲ ਤੋਂ, ਸਰਫੇਸ ਲੈਵਲ ਤੋਂ ਨੀਵਾਂ ਤਿਆਰ ਕੀਤਾ ਗਿਆ। ਔਰ ਉਸ ਸਮੇਂ ਦਾ ਔਰ ਅੱਜ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਅਜੂਬਾ ਗੁਰੂ ਮਹਾਰਾਜ ਨੇ ਤਿਆਰ ਕੀਤਾ। ਸੋ ਉਹਨਾਂ ਸ਼ਬਦਾਂ ਦੇ ਵਿੱਚੋਂ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ। ਆਓ ਪਿਆਰ ਨਾਲ ਸ਼ਰਵਣ ਕਰੀਏ। ਉਦਮ ਕੀਆ ਕਰਾਇਆ, ਆਰੰਭ ਰਚਾਇਆ। ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ, ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੇ ਹੀ ਉਦਮ ਬਖਸ਼ਿਆ। ਆਪ ਨੇ ਹੀ ਉਦਮ ਬਖਸ਼ ਕੇ ਆਪ ਜੀ ਨੇ ਹੀ ਉਦਮ ਕਰਾਇਆ ਔਰ ਇਹ ਕਾਰਜ ਜਿਹੜਾ ਆਰੰਭ ਹੋਇਆ, ਦਰਬਾਰ ਸਾਹਿਬ ਬਣ ਕੇ ਤਿਆਰ ਹੋਇਆ,
ਇਹ ਆਪ ਜੀ ਨੇ ਹੀ ਕੀਤਾ। ਜਿਸ ਤਰ੍ਹਾਂ ਅਕਸਰ ਨਿਮਰਤਾ ਵਾਲੀਆਂ ਸੰਗਤਾਂ ਕਹਿ ਦਿੰਦੀਆਂ ਨੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਹੀ ਸਾਨੂੰ ਸੀਸਗੰਜ ਸਾਹਿਬ ਲੈ ਕੇ ਜਾਉਂਦੇ ਨੇ, ਉਹ ਆਪ ਹੀ ਸਾਡੇ ਕੋਲੋਂ ਸੇਵਾ ਲੈਂਦੇ ਨੇ, ਸਾਡੇ ਵੱਸ ਦੀ ਤੇ ਕੋਈ ਗੱਲ ਨਹੀਂ ਹੈਗੀ। ਨਾਮ ਜਪੇ ਜਪ ਜੀਵਣਾ, ਗੁਰ ਮੰਤਰ ਦ੍ਰਿੜਾਇਆ। ਗੁਰੂ ਮਹਾਰਾਜ ਕਹਿ ਰਹੇ ਨੇ ਅਸੀਂ ਨਾਮ ਜਪ ਰਹੇ ਹਾਂ ਔਰ ਜਪ ਜਪ ਕੇ ਜੀ ਰਹੇ ਹਾਂ। ਜਿਹੜੇ ਸਾਡੇ ਗੁਰੂ ਨੇ ਸਾਨੂੰ ਮੰਤਰ ਦ੍ਰਿੜਾਇਆ, ਮੰਤਰ ਪੱਕਾ ਕਰਵਾਇਆ। ਸਾਧ ਸੰਗਤ ਜੀ, ਹਰੇਕ ਇਨਸਾਨ ਦੇ ਜੀਵਨ ਜਿਉਣ ਦਾ ਕੋਈ ਨਾ ਕੋਈ ਰੀਜ਼ਨ, ਕੋਈ ਨਾ ਕੋਈ ਕਾਰਨ ਬਣ ਜਾਂਦਾ। ਕੋਈ ਆਪਣੀ ਪੜ੍ਹਾਈ ਕਰਕੇ ਜਿਉਂਦਾ, ਕੋਈ ਆਪਣੀ ਵਿਦਵਤਾ ਕਰਕੇ ਜੀਂਦਾ, ਕੋਈ ਆਪਣੇ ਕਾਰੋਬਾਰ ਕਰਕੇ ਜਿਉਂਦਾ, ਕੋਈ ਆਪਣੇ ਬੱਚਿਆਂ ਕਰਕੇ ਜਿਉਂਦਾ, ਕੋਈ ਆਪਣੇ ਕਾਰੋਬਾਰ ਵਿੱਚ ਵਧਾਣ ਕਰਕੇ ਜੀਂਦਾ, ਕੋਈ ਆਪਣੇ ਬੱਚਿਆਂ ਦੇ ਵਿਆਹ ਕਰਕੇ ਜੀਂਦਾ। ਗੁਰੂ ਮਹਾਰਾਜ ਕਹਿ ਰਹੇ ਨੇ ਅਸੀਂ ਨਾਮ ਜਪ ਜਪ ਕੇ ਜੀ ਰਹੇ ਹਾਂ। ਸਾਨੂੰ ਹੋਰ ਕੋਈ ਚਾਅ ਨਹੀਂ। ਜਿਹੜੇ ਸਾਡੇ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਨਾਮ ਦ੍ਰਿੜ ਕਰਾਇਆ, ਉਸ ਨਾਮ ਨੂੰ ਜਪ ਕੇ ਜੀ ਰਹੇ ਹਾਂ। ਜਿਸ ਤਰ੍ਹਾਂ ਸੀਸਗੰਜ ਸਾਹਿਬ ਆਉਣ ਵਾਲੀਆਂ ਸੰਗਤਾਂ ਵਾਹਿਗੁਰੂ 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 ਕਰਕੇ ਜਿਉਂਦੀਆਂ ਨੇ। ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਕਰਕੇ ਜਿਉਂਦੀਆਂ ਨੇ। ਇੱਕ ਇਹੋ ਜਿਹਾ ਭਰੋਸਾ, ਇੱਕ ਇਹੋ ਜਿਹਾ ਵਿਸ਼ਵਾਸ ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਸਾਡੇ ਤੇ ਤੁਸੀਂ ਹੋਈ ਹੋ, ਅਸੀਂ ਤੁਹਾਡੇ ਹੀ ਹਾਂ। ਪਾਏ ਪਰਹਿ ਸਤਿਗੁਰੂ ਕੈ, ਜਿਨ ਭਰਮ ਬੇਦਾਰਿਆ। ਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਉਹਨਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੈਗੇ ਹਾਂ ਜਿਨ੍ਹਾਂ ਨੇ ਸਾਡਾ ਭਰਮ ਦੂਰ ਕੀਤਾ। ਜਿਸ ਤਰ੍ਹਾਂ ਅਸੀਂ ਰਾਤ ਹੋਵੇ, ਦਿਨ ਹੋਵੇ, ਮੀਂਹ ਹੋਵੇ, ਝੱਖੜੀ ਹੋਵੇ, ਹਨੇਰੀ ਹੋਵੇ, 15 ਅਗਸਤ ਹੋਵੇ, 26 ਜਨਵਰੀ ਹੋਵੇ, ਪਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਨਹੀਂ ਛੱਡਦੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨੂੰ ਨਹੀਂ ਛੱਡਣਾ ਚਾਹੁੰਦੇ, ਕਰਕੇ ਇਹੀ ਗੁਰੂ ਨੇ ਸਾਨੂੰ ਸਾਡੇ ਪਰਦੇ ਤੋਂ ਮੁਕਤ ਕੀਤਾ। ਸਾਨੂੰ ਇਹ ਦੱਸਿਆ ਕਿ ਜੀਵਨ ਝੂਠ ਆ ਔਰ ਮੌਤ ਸੱਚ ਹੈ। ਸਾਨੂੰ ਇਹ ਦੱਸਿਆ ਕਿ ਜਿੰਨੀਆਂ ਮਰਜ਼ੀਆਂ ਅਮੀਰੀਆਂ, ਜਿੰਨੀਆਂ ਮਰਜ਼ੀਆਂ ਦੁਨੀਆ ਦੀਆਂ ਤਾਕਤਾਂ ਮਿਲ ਜਾਣ, ਪਰ ਫਿਰ ਵੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਸਭ ਤੋਂ ਵੱਡੀ। ਇਹ ਭਰਮ ਦੂਰ ਕੀਤਾ। ਸਾਧ ਸੰਗਤ ਜੀ, ਜੀਵਨ ਵਿੱਚ ਵਿਚਰਦਿਆਂ ਅਸੀਂ ਵੀ ਛੋਟੀ ਛੋਟੀ ਗੱਲਾਂ ਦੇ ਵਿੱਚ, ਭਰਮਾਂ ਦੇ ਵਿੱਚ ਪੈ ਜਾਂਦੇ ਹਾਂ। ਇੱਕ ਵਾਰ ਦੀ ਗੱਲ ਯਾਦ ਆਉਂਦੀ ਹੈ, ਸੰਤ ਮਹਾਰਾਜ ਅਤਰ ਸਿੰਘ ਜੀ ਮਸਤਵਾਣੇ ਵਾਲੇ ਬਹੁਤ ਮਹਾਨ ਸ਼ਖਸੀਅਤ ਸਾਡੇ ਪੰਥ ਦੇ ਵਿੱਚ ਹੋਏ। ਕਲਕੱਤੇ 7 ਦਿਨਾਂ ਵਾਸਤੇ ਉਹਨਾਂ ਦੇ ਦੀਵਾਨ ਸੀਗੇ। ਅਕਸਰ ਸਿੱਖੀ ਸਰੂਪ ਦੇ ਪ੍ਰਚਾਰ ਦੇ ਵਿੱਚ ਆਮ ਤੌਰ 'ਤੇ ਸਾਡੇ ਸਤਿਕਾਰਯੋਗ ਗਿਆਨੀ ਜੀ ਨੇ ਵੀ ਆਪ ਜੀ ਨੂੰ ਬਚਨ ਦੱਸੇ ਕਿ ਬੱਚਿਆਂ ਦੇ ਵਿੱਚ ਪ੍ਰਚਾਰ ਕਰਨਾ ਹੈ ਅਤੇ ਪ੍ਰਚਾਰ ਦਾ ਤਰੀਕਾ ਵੀ ਬੱਚਿਆਂ ਵਾਲਾ ਵਰਤਿਆ ਜਾਣਾ। ਜਦੋਂ ਬੱਚਾ ਛੋਟਾ ਹੁੰਦਾ ਹੈ ਅਤੇ ਬੱਚੇ ਨੂੰ ਕੇਵਲ ਦੁੱਧ ਪਿਲਾਇਆ ਜਾਂਦਾ ਹੈ, ਉਹਨੂੰ ਮਾਂ ਛੋਲਿਆਂ ਦੀ ਦਾਲ ਅਤੇ ਚਾਵਲ ਨਹੀਂ ਖਿਲਾਏ ਜਾਂਦੇ। ਅਤੇ ਸਾਧ ਸੰਗਤ ਜੀ, ਸੰਤ ਮਹਾਰਾਜ ਕਲਕੱਤੇ ਵਿੱਚ ਪ੍ਰਚਾਰ ਕਰ ਰਹੇ ਨੇ। 7 ਦਿਨ ਦਾ ਪ੍ਰੋਗਰਾਮ ਸੀ। 7 ਦੇ 7 ਦਿਨ ਮਹਾਂਪੁਰਸ਼ਾਂ ਨੇ ਗੁਰਬਾਣੀ ਦੀ ਕਥਾ ਕੀਤੀ, ਲੇਕਿਨ ਅੰਮ੍ਰਿਤ ਸੰਚਾਰ ਦੇ ਬਾਰੇ ਕੋਈ ਗੱਲ ਨਹੀਂ ਕੀਤੀ। 7ਵੇਂ ਦਿਨ ਜਦੋਂ ਭੋਗ ਪੈਣਾ ਸੀਗਾ ਅਤੇ ਉਸ ਦਿਨ ਸਾਰਾ ਦੀਵਾਨ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਔਰ ਅਖੀਰਲੇ 5 ਮਿੰਟਾਂ ਦੇ ਵਿੱਚ ਤਿਆਰੀ ਪਹਿਲੇ ਕੀਤੀ ਹੋਈ ਸੀਗੀ,
ਪੰਜ ਪਿਆਰੇ ਪਹਿਲੇ ਤਿਆਰ ਕੀਤੇ ਹੋਏ ਸੀ। ਅਖੀਰਲੇ 5 ਮਿੰਟਾਂ ਦੇ ਵਿੱਚ ਮਹਾਂਪੁਰਸ਼ਾਂ ਨੇ ਬੇਨਤੀ ਕੀਤੀ ਹੱਥ ਜੋੜ ਕੇ ਕਿ ਸੰਗਤੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਤੇ ਜਿਹੜਾ ਜਿਹੜਾ ਨਹੀਂ ਹਲੇ ਚਲਿਆ ਜਹਾਜ਼ੇ ਤੇ ਆ ਜਾਓ ਫਿਰ। ਤੇ ਸਾਧ ਸੰਗਤ ਜੀ, ਉਹਨਾਂ ਦੀ ਆਟੋਬਾਇਓਗ੍ਰਾਫੀ ਦੇ ਵਿੱਚ ਵੀ ਲਿਖਿਆ, ਕਲਕੱਤੇ ਦੀਆਂ ਸੰਗਤਾਂ ਦੇ ਜਿਹੜੇ ਹੁਣ ਤੱਕ ਵੀ ਪ੍ਰੇਮੀ ਨੇ, ਉਹਨਾਂ ਨੇ ਵੀ ਦੱਸਿਆ ਕਿ ਉਸ ਦੀਵਾਨ ਤੋਂ ਬਾਅਦ 1912 ਪ੍ਰਾਣੀਆਂ ਨੇ 1912 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਕੇਵਲ 5 ਮਿੰਟ ਦੇ ਪ੍ਰਚਾਰ ਦੇ ਵਿੱਚ। ਹੁਣ ਕਮੇਟੀ ਵਾਲੇ ਤੇ ਹੋਰ ਸੱਜਣ ਮਹਾਂਪੁਰਸ਼ਾਂ ਦੇ ਕੋਲ ਆਏ, ਹੋਰ ਵੀ ਉੱਥੇ ਪ੍ਰਚਾਰਕ ਮੌਜੂਦ ਸੀਗੇ, ਕੀਰਤਨੀਏ ਮੌਜੂਦ ਸੀਗੇ, ਮਹਾਂਪੁਰਸ਼ਾਂ ਕੋਲ ਆਏ ਵਿਦਾਇਗੀ ਦੇਣ ਤੋਂ ਪਹਿਲਾਂ। ਕਹਿੰਦੇ ਮਹਾਂਪੁਰਸ਼ੋਂ ਅਸੀਂ ਇੰਨਾ ਪ੍ਰਚਾਰ ਕਰਦੇ ਰਹਿੰਦੇ ਹਾਂ, ਕੀਰਤਨ ਪ੍ਰੋਗਰਾਮ, ਹਰੇਕ ਪ੍ਰਚਾਰ ਦੇ ਦੌਰਾਨ ਅੰਮ੍ਰਿਤ ਸੰਚਾਰ ਦੀ ਗੱਲ ਕਰਦੇ ਹਾਂ, ਕਦੀ 2 ਪ੍ਰਾਣੀ, ਕਦੀ 4 ਪ੍ਰਾਣੀ, ਕਦੀ ਕੋਈ ਵੀ ਨਹੀਂ। ਇਹੋ ਜਿਹੀ ਕੀ ਗੱਲ ਹੈ ਕਿ ਤੁਸੀਂ ਹਿੰਦੁਸਤਾਨ ਭਰ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰੀ ਜਾ ਰਹੇ ਹੋ, ਅੰਮ੍ਰਿਤ ਛਕਾਈ ਜਾ ਰਹੇ ਹੋ? ਮਹਾਂਪੁਰਸ਼ਾਂ ਨੇ, ਕੋਈ ਇਤਿਹਾਸਕਾਰ ਕਹਿੰਦਾ 12 ਲੱਖ, ਕੋਈ ਇਤਿਹਾਸਕਾਰ ਕਹਿੰਦਾ 14 ਲੱਖ, ਉਸ ਸਮੇਂ ਦੇ ਵਿੱਚ, ਜਿਸ ਸਮੇਂ ਦੇ ਵਿੱਚ ਸਿੱਖਾਂ ਨੂੰ ਦੇਖ ਕੇ ਗੋਲੀ ਮਾਰਨ ਦੇ ਹੁਕਮ ਸੀਗੇ ਗੋਰੀ ਸਰਕਾਰ ਦੇ ਅਧੀਨ। ਜੀਵਨੀ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਉਸ ਸਮੇਂ ਕਕਾਰ ਮੌਜੂਦ ਨਹੀਂ ਹੁੰਦੇ ਸੀ ਸਾਧ ਸੰਗਤ ਜੀ, ਕਰਕੇ ਕਿਰਪਾਨਾਂ ਬਣਾਉਣ ਦੇ ਵਾਸਤੇ ਰॉ ਮਟੀਰੀਅਲ ਨਹੀਂ ਮਿਲਦਾ ਸੀਗਾ। ਮਹਾਂਪੁਰਸ਼ਾਂ ਨੇ ਦਾਤਨ ਗਾਤਰੇ ਨਾਲ ਬਣ ਕੇ ਪਵਾ ਕੇ ਵੀ ਅੰਮ੍ਰਿਤ ਛਕਾਇਆ ਸੰਗਤਾਂ ਨੂੰ। ਕੀਰਤਨੀ ਜਥੇ ਪ੍ਰਚਾਰਕ ਬੇਨਤੀ ਕਰਦੇ ਨੇ, ਮਹਾਰਾਜ ਕੀ ਗੱਲ ਹੈ, ਫਰਕ ਕੀ ਹੈ? ਤੇ ਮਹਾਂਪੁਰਸ਼ਾਂ ਨੇ ਆਪਣੇ ਦਾੜੇ ਨੂੰ ਹੱਥ ਵਿੱਚ ਲਿਆ ਤੇ ਕਹਿੰਦੇ ਫਰਕ ਮੈਨੂੰ ਤੇ ਪਤਾ ਨਹੀਂ, ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਹ ਦਾੜੇ ਦੇ ਵਿੱਚ ਦਾਗ ਨਾ ਲੱਗੇ। ਇਹ ਦਾੜੇ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥ ਵਿੱਚ ਇਹ ਦਾੜਾ ਹੈਗਾ, ਤੇ ਸਾਡੇ ਦਾੜੇ ਨੂੰ ਦਾਗ ਨਾ ਲੱਗੇ। ਕਿਸੇ ਨਾਲ ਧੋਖਾ ਨਹੀਂ ਕੀਤਾ, ਕਦੀ ਝੂਠ ਨਹੀਂ ਬੋਲਿਆ, ਸੱਚ ਤੇ ਪਹਿਰਾ ਦਿੱਤਾ। ਅਸੀਂ ਤੇ ਇਹੀ ਕਰ ਰਹੇ ਹਾਂ। ਹੁਣ ਤੁਸੀਂ ਜਾਣਦੇ ਹੋਵੋਗੇ ਕਿ ਤੁਸੀਂ ਕੀ ਕਰ ਰਹੇ ਹੋ। ਜਵਾਬ ਸਾਰਿਆਂ ਨੂੰ ਆਪੇ ਹੀ ਮਿਲ ਗਿਆ। ਸੋ ਸਾਧ ਸੰਗਤ ਜੀ, ਇਹ ਭਰਮ ਜਿਹੜੇ ਛੋਟੇ ਛੋਟੇ ਸਾਨੂੰ ਪੈ ਜਾਂਦੇ ਨੇ ਨਾ ਜੀਵਨ ਦੇ ਵਿੱਚ, ਨਿੰਦਿਆ, ਚੁਗਲੀ, ਰਸ ਆਉਂਦਾ ਕੰਨਾਂ ਨੂੰ, ਇੱਕ ਵਾਰੀ ਸ਼ੁਰੂ ਹੋ ਗਏ ਤੇ ਖਤਮ ਹੀ ਨਹੀਂ ਹੁੰਦੇ। ਬੜਾ ਅੱਛਾ ਲੱਗਦਾ ਹੈ ਕਿਸੇ ਦੀ ਬੁਰਾਈ ਕਰਕੇ, ਮਨ ਨੂੰ ਬੜਾ ਸਕੂਨ ਮਿਲਦਾ। ਅੱਜ ਮੈਂ 2 ਇੰਚ ਹੋਰ ਚੌੜਾ ਹੋ ਗਿਆ ਕਰਕੇ ਮੈਂ ਕਿਸੇ ਦੇ ਬਾਰੇ ਕੁਝ ਗਲਤ ਕਹਿ ਦਿੱਤਾ, ਮੈਂ ਉਹਨੂੰ ਨੀਵਾਂ ਦਿਖਾਤਾ, ਮੈਂ ਉਹਦੇ ਨਾਲ ਈਰਖਾ ਕਰ ਲਈ। ਆਦਮੀ ਤੇ ਇਸਤਰੀ ਦੀ ਲੜਾਈ ਹੋ ਰਹੀ ਹੈ, ਆਦਮੀ ਨੇ 2 ਗਾਲਾਂ ਕੱਢੀਆਂ, ਜਾਂ ਤੇ ਇਸਤਰੀ ਚੁੱਪ ਕਰ ਜਾਏਗੀ ਜਾਂ ਤੂੰ ਉੱਪਰੋਂ 2 ਗਾਲਾਂ ਹੋਰ ਕੱਢੇਗੀ। ਜਿਹਨੇ ਅਖੀਰ ਤੱਕ ਗਾਲਾਂ ਕੱਢੀਆਂ ਉਹ ਬੜਾ ਫੈਲ ਕੇ, ਹਾਂ ਅੱਜ ਦੇਖ ਲਿਆ, ਮੈਂ ਚੁੱਪ ਕਰਾ ਦਿੱਤਾ, ਹੋਰ ਬੋਲ ਮੇਰੇ ਅੱਗੇ। ਨੂੰਹ ਸੱਸ ਦੇ ਝਗੜੇ ਬੜੇ ਪੋਪੂਲਰ ਨੇ ਸਾਧ ਸੰਗਤ ਜੀ, ਪਰ ਗੁਰੂ ਦਰਬਾਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮੋਲ ਨਹੀਂ। ਅਖੀਰ ਦੇ ਵਿੱਚ ਆ ਕੇ ਨਾਨਕ ਗਰੀਬ ਢਹਿ ਪਿਆ ਦੁਆਰੇ, ਮੇਲ ਲਿਹੋ ਵਡਿਆਈ। ਅਖੀਰ ਵਿੱਚ ਆ ਕੇ ਢਹਿਣਾ ਹੀ ਪੈਣਾ ਆ। ਅਖੀਰ ਵਿੱਚ ਆ ਕੇ ਉੱਥੇ ਸੱਚੇ ਹੀ ਸੱਚ ਨਿਬੜੇ। ਉੱਥੇ ਨਹੀਂ ਕੋਈ ਟਿਕਟ ਮਿਲਣੀ, ਬਿਨਾਂ ਮੈਟਰੋ ਦੇ ਕਾਰਡ ਤੋਂ, ਬਿਨਾਂ ਟਿਕਟ ਤੋਂ ਮੈਟਰੋ ਵਿੱਚ ਵੀ ਨਹੀਂ ਚੜ੍ਹ ਸਕਦੇ, ਤੇ ਇੱਥੇ ਤੇ ਸੱਚਖੰਡ ਕਿੱਥੇ ਪਹੁੰਚ ਜਾਓਗੇ ਸਾਧ ਸੰਗਤ ਜੀ। ਉਹ ਟਿਕਟ ਲੈਣੀ ਤੇ ਬਹੁਤ ਜ਼ਰੂਰੀ ਹੈ, ਔਰ ਉਹ ਟਿਕਟ ਹੈਗੀ ਹੈ ਸੱਚ ਦੀ। ਗਿਆਨੀ ਜੀ ਨੇ ਕਿਹਾ ਨਾ, ਘਰ ਘਰ ਤੱਕ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਪਹੁੰਚਾਉਣ ਵਾਸਤੇ ਉਪਰਾਲੇ ਯਤਨ ਕਰਨੇ ਜ਼ਰੂਰੀ ਨੇ। ਇਹ ਸੱਚ ਦੇ ਪ੍ਰਚਾਰ ਦੀ ਗੱਲ ਹੋ ਰਹੀ, ਔਰ ਜਦੋਂ ਤੱਕ ਅਸੀਂ ਸੱਚ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਉਂਗੇ, ਬਾਹਰ ਰੋਜ਼ ਸਵੇਰੇ ਆਉਂਦੇ ਹਾਂ, ਗੱਡੀ ਵਿੱਚ ਆ ਰਹੇ ਹਾਂ, ਵੱਡੀਆਂ ਵੱਡੀਆਂ ਗੱਡੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ, ਪਰ ਜਿਹੜੇ ਬਾਹਰ ਰਿਕਸ਼ੇ ਵਾਲੇ ਖੜੇ ਨੇ ਨਾ, ਉਹਦੇ ਵਿੱਚ ਵੀ ਗੁਰੂ ਨਾਨਕ ਹੈ।
हॉर्न मार 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 पासे कर, ये गुरसिखां दी बोली। खड़े आ गुरु तेग बहादुर महाराज दे दरबार दे विच। गुरु महाराज ते आप आके शहीदी दे रहे ने इस स्थान ते साडे कोल एसी गड्डी दे विच बैठे होए भी 1 मिनट का इंतजार नहीं होंदा। वो रिक्शे वाले दी किरत है साध संगत जी। वो उत्थे अपनी मौज मस्ती करन वास्ते नहीं बैठा। गुरु नानक दी अखां नाल देखोगे उही उहदा घर आ, उत्थे ही उन्हें सौना आ, उत्थे ही उन्हें खाना आ। सारा परिवार पिछे अपने अपने पिंडां विच छड्ड के इस दिल्ली दी धरती ते आए ने। असीं गड्डी विच आ रहे सी ते गल करदे सी, कमाल आ दिल्ली दी कमाई, दिल्ली दी बंदगी, इस धरती दे टुकड़े दी बंदगी जिथे परमेश्वर आप आके अपनी शहीदियां दे रहे ने, जिथे हिंदुस्तान भर तो बंदे आके रोटी कमा रहे ने, रोटी खा रहे ने। होवे गुरु दा सिख और सहज उहदे विच ना होवे, असी गड्डी किथे भी ला के पार्क करके आ जाओगे, उस गरीब नूं दी रोजी रोटी कर लैण देई है। ये प्रैक्टिकल सिक्खी है साध संगत जी। ये निमरता आएगी तां ही ते गुरु दे सिख कहलाओगे। गुरु नानक नूं की लोड़ सीगी? महाराज नूं ते करप्शन दे इन्ने ऑफर आउंदे सीगे सिद्धी भाषा दे विच। मलिक भागो ने ऑफर दिता ही सीगा, आओ मेरे कोल, नौकर भेजते आ, जे जेवरात देंदे आ तुहानूं। महाराज कहंदे तेरी लोड़ ही नहीं सानूं, असीं गरीब सिख दे कोल जाओगे जिहदे कोल आटा भी नहीं है, ज्वार दे आटे की रोटी खा लूँगे, नहीं भी खाओगे। जाप साहिब दी बाणी सारे पढ़ते हैं, उहदे विच आउंदा गरीबुल निवाजे, गरीबुल परस्ते, अमीरुल परस्ते नहीं लिखिया उत्थे। करके महाराज नूं पता है जो भावना उस गरीब रिक्शे वाले दी है वो उहदी ही जानदा है। उत्थे बाहर मुसलमान भी ने, उत्थे बाहर हिंदू वीर भी ने। यकीन मनियो साध संगत जी, असी किसी ते टिप्पणी नहीं कर रहे, पर वो गरीबां दी भावना गुरु तेग बहादुर महाराज दे उपर कई गुना ज़्यादा होएगी, क्योंकि उन्हां दी रोजी रोटी ही इस दरबार तो चल रही है। हुंदा ना आम तौर पर आप अपनी दुकाना च बैठे हैं, गुरु महाराज का स्वरूप लगे है, कोई कस्टमर नहीं आता, महाराज दया करो, तो वो बाहर बैठे बैठे बार बार इस इमारत को देख के बेनती करते होंगे कि मेरे गुरु तेग बहादुर मुझ गरीब दी भी बांह फड़। सानू अज निमरता की लोड़ है साध संगत जी। इन्ने प्यारे प्यारे दरबार विच आके कथा सुन रहे हैं, कीर्तन सुन रहे हैं। जे सिख दे हिरदे विच निमरता नहीं होएगी तो दुनिया के किसी हिरदे विच निमरता नहीं होएगी। ये भरम गुरु महाराज दूर करते हैं। कर किरपा प्रभ आपनी, सच साज सवारिया। परमेश्वर अकाल पुरख ने किरपा कीती, सच हिरदे विच वसाया, सच दे नाल साडे कारज सवारे, साडे बॉडी नूं, साडी सोल नूं, साडी आत्मा नूं सच नाल सवारिया। उठदे बहंदे सुनदे जांदे वाहेगुरु 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 वाहेगुरु। कोई नीवा नहीं होण लगा साध संगत जी। जे सस नूं दी गल सुन लेगी, कोई फुटबॉल मैच नहीं है कि टीम ए जित जाएगी टीम बी हार जाएगी, वो पूरा दा पूरा घर हारदा है। घर दे विच बंटवारे हो जाते हैं, दुनिया गल्लां करदी है, अपने हत्थों भी खुश बहंदे हैं। वड्डियां दी होंद घर दे विच बहुत जरूरी है। साडी उम्र लगभग 38 साल है, साढ़े माता जी की उम्र 62 साल, 2 दिन पहले जन्मदिन निकलिया। असी हजे वो 24 साल की जिंदगी देखी ही नहीं हैगी। इट इज़ इम्पॉसिबल फॉर मी टू लर्न द गैप ऑफ 24 ईयर्स। असी मानते हैं वो 24 साल का एक्सपीरियंस सानू घर बैठे बैठे फ्री च मिल रहा है, लेकिन असी अपने हंकार दे विच ये चीज़ एक्सैप्ट नहीं करते। वो नूं अपना सारा कुछ छड्ड के आई, अपने माँ प्यो पढ़ाई लिखाई घर बार कंधा बैड बिस्तरे टॉयलेट बाथरूम अपना सब कुछ त्याग के एक नवे घर च आई है। उन्होंने मौका दिता जाए, वो इस परिवार नूं खुशी देण वास्ते ही आई है। असी इस गल नूं बहुत मुश्किल है मनना कि सिखां दी धी किसी दा घर तोड़न वास्ते
ਦੂਸਰੇ ਘਰ ਗਈ ਹੋਵੇ, ਕਰਕੇ ਉਹਦੇ ਕੋਲ ਗੁਰੂ ਨਾਨਕ ਮਹਾਰਾਜ ਦਾ ਆਸ਼ੀਰਵਾਦ ਹੈ। ਗੁਰੂ ਰਾਮਦਾਸ ਮਹਾਰਾਜ ਦੀ ਲਾਵਾਂ ਫੇਰੇ ਦਾ ਆਸ਼ੀਰਵਾਦ ਹੈ। ਉਹ ਘਰ ਤੋੜਨ ਵਾਸਤੇ ਨਹੀਂ ਗਈ, ਘਰ ਸਾਡਾ ਆਪਣਾ ਅਹੰਕਾਰ ਤੋੜ ਰਿਹਾ ਹੈ। ਔਰ ਹੋਵੇ ਗੁਰੂ ਨਾਨਕ ਦਾ ਸਿੱਖ, ਆਉਂਦੇ ਹੋਈਏ ਸੀਸਗੰਜ ਸਾਹਿਬ ਤੇ ਆਪਣੇ ਹੀ ਕੌਰੀ ਕਮਾਲ ਦੀ ਗੱਲ ਹੈ, ਮਾਂ ਪਿਓ ਮੰਗਦੇ ਮੰਗਦੇ ਥੱਕਦੇ ਨਹੀਂ ਪੁੱਤਰਾਂ ਨੂੰ, ਮੰਗ ਮੰਗ ਕੇ ਅਰਦਾਸਾਂ ਬੇਨਤੀਆਂ ਕਰ ਕਰਕੇ ਮੰਗਦੇ ਹਾਂ ਪੁੱਤਰ, ਪਰ ਜਦੋਂ ਪੁੱਤਰ ਦਾ ਵਿਆਹ ਕਰਦੇ ਹਾਂ ਤੇ ਫਿਰ ਉਸੀ ਪਰਿਵਾਰ ਨਾਲ ਸਭ ਤੋਂ ਜ਼ਿਆਦਾ ਨਫ਼ਰਤਾਂ ਹੋ ਜਾਂਦੀਆਂ। ਆਪਣੇ ਆਪ ਨੂੰ ਬਾਰ-ਬਾਰ ਸੱਚ ਸਾਜ ਸਵਾਰਿਆ, ਆਪਣੇ ਮਨ ਨੂੰ ਸੱਚ ਨਾਲ ਸਵਾਰੀਏ, ਮਾਰ ਦਈਏ ਉੱਥੇ ਆਪਣੇ ਆਪ ਨੂੰ, ਮਾਰ ਦਈਏ। ਸੱਸ ਆਪਣੇ ਆਪ ਨੂੰ ਮਾਰ ਦੇਵੇ, ਮਨ ਨੂੰ ਮਨਾ ਮੇਰੀ ਧੀ ਆ, ਨਾ ਕੋਈ ਨਹੀਂ ਮਾੜਾ ਕੀਤਾ ਮੇਰੀ ਧੀ ਹੈ, ਮੈਨੂੰ ਗੁਰੂ ਨਾਨਕ ਪਾਣੀ ਪੁੱਛੇਗਾ, ਮੈਨੂੰ ਗੁਰੂ ਨਾਨਕ ਰੋਟੀ ਦੇਵੇਗਾ, ਮੈਂ ਗੁਰੂ ਨਾਨਕ 'ਤੇ ਭਰੋਸਾ ਕਰਦੀ ਹਾਂ, ਗੁਰੂ ਨਾਨਕ ਮੈਨੂੰ ਭੁੱਖਾ ਨਹੀਂ ਮਾਰੇਗਾ। ਉਹੀ ਗੁਰੂ ਨਾਨਕ ਨੂੰ ਪ੍ਰੇਰਨਾ ਦੇ ਕੇ ਪਿਆਰ ਦੇ ਵਿੱਚ ਲੈ ਕੇ ਆਏਗਾ। ਸਾਡੇ ਵਿੱਚੋਂ ਕੋਈ ਵੀ ਵਿਲਨ ਨਹੀਂ ਹੈ, ਜੋ ਗੁਰੂ ਨਾਨਕ ਦੀ ਬਾਣੀ ਨਾਲ ਜੁੜਿਆ ਉਹ ਵਿਲਨ ਨਹੀਂ ਹੈ। ਕਿਉਂ? ਮਹਾਰਾਜ ਕਹਿ ਰਹੇ ਨੇ ਕਿ ਸਾਨੂੰ ਸਾਰਿਆਂ ਨੂੰ ਸੱਚ ਨਾਲ ਸਵਾਰਿਆ ਹੈ। ਰਹਾਉ ਕਰ ਗਹਿ ਲੀਨੇ, ਕਰ ਗਹਿ ਲੀਨੇ ਆਪਣੇ, ਸੱਚ ਹੁਕਮ ਰਜਾਈ। ਮਹਾਰਾਜ ਕਹਿ ਰਹੇ ਨੇ ਬਾਂਹ ਪਕੜ ਕੇ ਗਲੇ ਨਾਲ ਲਾ ਕੇ ਆਪਣੇ ਹੁਕਮ ਦੇ ਵਿੱਚ ਤੁਸੀਂ ਸਾਨੂੰ ਇਸ ਕਲਯੁਗ ਦੇ ਦਲਦਲ ਤੋਂ ਬਾਹਰ ਕੱਢ ਕੇ ਆਪਣੇ ਹਰਮੰਦਰ ਨਾਲ ਜੋੜਿਆ। ਔਰ ਯਕੀਨ ਮੰਨਿਓ ਸਾਧ ਸੰਗਤ ਜੀ, ਕੋਈ ਇੱਕ ਵੀ ਸ਼ਖਸ ਹੈ ਇੱਥੇ ਬੈਠਾ ਜੋ ਕਹਿ ਸਕਦਾ ਕਿ ਧੰਨ ਗੁਰੂ ਤੇਗ ਬਹਾਦਰ ਨੇ ਤੇ ਮੇਰਾ ਸਾਥ ਹੀ ਨਹੀਂ ਦਿੱਤਾ। ਇੱਥੇ ਤੇ ਕੀ ਹਿੰਦੁਸਤਾਨ ਦਾ ਅੱਜ ਤੋਂ 300 ਸਾਲ ਪਹਿਲਾਂ ਆਉਣ ਵਾਲੇ 3 ਲੱਖ ਸਾਲਾਂ ਤੱਕ ਵੀ ਹਿੰਦੁਸਤਾਨ ਦਾ ਕੋਈ ਸ਼ਖਸ ਇਹ ਨਹੀਂ ਕਹਿ ਸਕੇਗਾ ਕਿ ਗੁਰੂ ਤੇਗ ਬਹਾਦਰ ਮੇਰੇ ਵਾਸਤੇ ਨਹੀਂ ਬਹੁੜੇ। ਇਹ ਹਿੰਦੁਸਤਾਨ ਦਾ ਨਾਮ ਹਿੰਦੁਸਤਾਨ ਅੱਜ ਕਾਇਮ ਹੈ ਧਰਤੀ ਦੇ ਨਕਸ਼ੇ ਦੇ ਉੱਪਰ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰਕੇ, ਨਹੀਂ ਤੇ ਅੱਜ ਵਰਲਡ ਮੈਪ ਦੇ ਉੱਪਰ ਇੰਡੀਆ ਵਰਗੀ ਕੋਈ ਕੰਟਰੀ ਨਹੀਂ ਹੋਣੀ ਸੀਗੀ। ਇਹ ਯਕੀਨਨ ਮੰਨ ਲਈਏ ਸਾਧ ਸੰਗਤ ਜੀ, ਉਹ ਸ਼ਹੀਦਾਂ ਦਾ ਖੂਨ ਡੁੱਲਿਆ, ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਦਿੱਤਾ ਤੇ ਇਹਨਾਂ ਮੁਗਲਾਂ ਦੀ ਜੜ੍ਹਾਂ ਪੁੱਟੀਆਂ। ਤੇ ਹੋਵੇ ਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਹੁਕਮ ਚਲਾਵੇ ਆਪਣਾ, ਮੇਰੀ ਚੱਲਣੀ ਹੈ, ਮੇਰੇ ਹਿਸਾਬ ਨਾਲ ਘਰ ਚੱਲੇਗਾ, ਮੈਂ ਘਰ ਦਾ ਪੁੱਤਰ ਆ, ਮੈਂ ਘਰ ਦਾ ਸਹੁਰਾ ਆ। ਇਹ ਗੁਰਬਾਣੀ ਸਾਨੂੰ ਜਿੱਦਾਂ ਗਿਆਨੀ ਜੀ ਨੇ ਦੱਸਿਆ ਜੀਵਨ ਜਾਂਚ ਸਿਖਾਉਂਦੀ ਹੈ। 1% ਵੀ ਜੇ ਗੁਰਬਾਣੀ ਸਾਡੇ ਹਿਰਦੇ ਵਿੱਚ ਵਸ ਜਾਏਗੀ, ਯਕੀਨ ਮੰਨਿਓ ਸਾਡੇ ਘਰਾਂ ਦੇ ਵਿੱਚ ਕਲੇਸ਼ ਆਪਣੇ ਆਪ ਹੀ ਮੁੱਕ ਜਾਣੇ ਨੇ। ਕਦੀ ਲੜਾਈ ਝਗੜਾ ਹੋਣਾ ਹੀ ਨਹੀਂ, ਕਿਸੇ ਨੇ ਗਾਲ ਕੱਢਣੀ ਨਹੀਂ, ਸ਼ਰਾਬ ਆਪਣੇ ਆਪ ਹੀ ਬਾਹਰ ਨਿਕਲ ਜਾਣੀ ਹੈ, ਵਿਸ਼ੇ ਵਿਕਾਰ ਆਪਣੇ ਆਪ ਨਿਕਲ ਜਾਣੇ ਆ। ਜਦੋਂ ਅਸੀਂ ਗੁਰਬਾਣੀ ਨੂੰ ਮੰਨੂਗੇ, ਜਦੋਂ ਅਸੀਂ ਇਹ ਕਹੋਗੇ ਕਿ ਇਹ ਧੀ ਪਰਾਈ ਨਹੀਂ ਮੇਰੀ ਧੀ ਹੈ, ਇਹ ਪੁੱਤਰ ਪਰਾਇਆ ਨਹੀਂ ਇਹ ਮੇਰਾ ਪੁੱਤਰ ਹੈ, ਜਦੋਂ ਅਸੀਂ ਕਾਲਜ ਦੇ ਗੇਟ ਤੋਂ ਬਾਹਰ ਨਿਕਲ ਰਹੇ ਹੋਵਾਂਗੇ ਤੇ ਜੇ ਪਰਾਈਆਂ ਧੀਆਂ ਕੱਪੜੇ ਪਾ ਕੇ ਜਾ ਰਹੀਆਂ ਕਾਲਜ, ਅਕਸਰ ਨੌਜਵਾਨ ਬੱਚੀਆਂ ਕਦੀ ਕਿਹੋ ਜਿਹੇ ਕੱਪੜੇ ਕਦੇ ਕਿਹੋ ਜਿਹੇ ਕੱਪੜੇ ਪਾ ਕੇ, ਜੋ ਸਾਡੀਆਂ ਅੱਖਾਂ ਮੈਲੀਆਂ ਨਹੀਂ ਹੋਣਗੀਆਂ ਜੇ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਮੰਨੋਗੇ। ਵੇਖ ਪਰਾਈਆਂ ਚੰਗੀਆਂ, ਉਹਨਾਂ ਨੂੰ ਮਾਂ ਬਣਾ ਕੇ, ਉਹਨਾਂ ਨੂੰ ਭੈਣ ਬਣਾ ਕੇ, ਉਹਨਾਂ ਨੂੰ ਆਪਣੀ ਧੀ ਬਣਾ ਕੇ ਸਮਝੋਗੇ। ਜੇ ਇਹ ਖਿਆਲ ਉਸੀ ਸਮੇਂ ਅਸੀਂ ਪਿਕਅਪ ਕਰੋਗੇ, ਅਸੀਂ ਗੁਰਬਾਣੀ ਨੂੰ ਫੋਲੋ ਕਰ ਰਹੇ ਹਾਂ। ਲੇਕਿਨ ਹੈਗੇ ਗੁਰੂ ਨਾਨਕ ਦੇ ਸਿੱਖ, ਪਰ ਮਨ, ਅੱਖਾਂ, ਕੰਨ ਮੈਲ ਨਾਲ ਭਰੇ ਹੋਏ ਨੇ। ਉਹੀ ਮੈਲ ਕੱਢਣ ਵਾਸਤੇ ਅਸੀਂ ਇੱਥੇ ਆਪਣੇ ਆਪ ਨੂੰ ਧੋ ਰਹੇ ਹਾਂ, ਬਾਰ-ਬਾਰ ਧੋ ਰਹੇ ਹਾਂ, ਬਾਰ-ਬਾਰ ਧੋ ਰਹੇ ਹਾਂ। ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨਾਰਾਇਣ, ਆਪ ਪਰਮੇਸ਼ਵਰ ਨੇ, ਫਿਰ ਵੀ ਕਹਿ ਰਹੇ ਨੇ ਜੋ ਦਾਤ ਸਾਨੂੰ ਦਿੱਤੀ, ਹਰਿਮੰਦਰ ਸਾਹਿਬ ਦੀ ਦਾਤ, ਗੁਰਬਾਣੀ ਦੀ ਦਾਤ, ਗੁਰੂ ਗੱਦੀ ਦੀ ਦਾਤ, ਇਹ ਸਾਰੀ ਵਡਿਆਈ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ, ਸਾਡੀ ਕੋਈ ਵਡਿਆਈ ਨਹੀਂ। ਜਿਸ ਤਰ੍ਹਾਂ ਹੈਡ ਗ੍ਰੰਥੀ ਸਾਹਿਬ ਜੀ ਨੇ ਬਹੁਤ ਪਿਆਰ ਨਾਲ ਇੰਟਰੋਡਕਸ਼ਨ ਦਿੱਤੀ, ਉਹ ਸਾਰੀ ਵਡਿਆਈ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਸਾਧ ਸੰਗਤ ਜੀ,
ਕਹਿਣਾ ਸੌਖਾ ਆ, ਆਪਣੇ ਆਪ ਨੂੰ ਉਸ ਸਮੇਂ ਦੇ ਵਿੱਚ ਲੈ ਜਾਈਏ ਕਿ ਇਸ ਚੌਂਕ ਦੇ ਆਲੇ ਦੁਆਲੇ ਕੁਛ ਵੀ ਨਹੀਂ ਹੈਗਾ। ਔਰ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਤਰ੍ਹਾਂ ਆਪ ਜੀ ਸਾਰੇ ਚੌਕੜਾਂ ਮਾਰ ਕੇ ਬੈਠੇ ਔਰ ਮਹਾਰਾਜ ਸਜੇ ਹੋਏ ਨੇ, ਆਉਣ ਵਾਲੇ ਪਲ ਪਤਾ ਹੈ ਹਜ਼ਾਰਾਂ ਦੀ ਸੰਗਤ ਖੜੀ ਹੈ, ਸੌਰੀ ਟੂ ਸੇ, ਤਮਾਸ਼ਾ ਦੇਖਣ ਵਾਸਤੇ। ਕਿਸੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ ਕਿ ਜਲਾਦ ਨੂੰ 2 ਚਪੇੜਾ ਮਾਰ ਕੇ 10 ਬੰਦੇ ਇਕੱਠੇ ਕਰਕੇ ਪਾਸੇ ਕਰਦੇ ਹੀ ਹੈ। ਉਹ ਬੇਗੈਰਤੀ ਤੋਂ ਬਚਾਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਆਪਣੀਆਂ ਅੱਖਾਂ ਬੰਦ ਕਰਕੇ ਦੇਖੀਏ ਕਿ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੀ ਸ਼ਹੀਦੀ ਹੋ ਗਈ ਹੈ। ਹੁਣ ਇਹ ਬੜੇ ਖੁਸ਼ ਹੋ ਰਹੇ ਨੇ ਕਿ ਹੁਣ ਗੁਰੂ ਤੇਗ ਬਹਾਦਰ ਦੀ ਵਾਰੀ ਆ ਰਹੀ ਹੈ। ਔਰ ਉੱਥੇ ਆਪ ਜੀ ਵਰਗੇ ਪਿਆਰੇ ਪਿਆਰੇ ਸਿੱਖ ਸੋਚ ਰਹੇ ਨੇ, ਮਹਾਰਾਜ ਹਿੰਮਤ ਬਖਸ਼ੋ, ਕੁਛ ਕਰ ਸਕੀਏ, ਹਿੰਮਤ ਬਖਸ਼ੋ, ਕੁਛ ਕਰ ਸਕੀਏ, ਹਿੰਮਤ ਬਖਸ਼ੋ। ਲੇਕਿਨ ਹਕੂਮਤ ਦਾ ਡਰ ਵੱਡਾ ਔਰ ਗੁਰੂ ਦਾ ਪਿਆਰ ਥੋੜਾ ਰਹਿ ਗਿਆ। ਸੰਗਤਾਂ ਬਹੁਤ ਸੀਗੀਆਂ ਲੇਕਿਨ ਡਰ ਜ਼ਿਆਦਾ ਵੱਡਾ ਹੋ ਗਿਆ। ਫਿਰ ਨਿਕਲੇ 2 ਸ਼ੇਰ ਗੁਰੂ ਨਾਨਕ ਸਾਹਿਬ ਦੇ, ਭਾਈ ਜੈਤਾ ਜੀ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਲੱਖੀ ਸ਼ਾਹ ਵਣਜਾਰਾ ਜੀ। ਨਿਕਲੇ ਨਹੀਂ ਕੀਤੀ ਪਰਵਾਹ ਜਾਨ ਦੀ। ਸੌਖਾ ਸੀਗਾ ਸਾਧ ਸੰਗਤ ਜੀ ਭਾਈ ਜੈਤੇ ਵਾਸਤੇ 5 ਦਿਨ ਦਾ ਲੰਬਾ ਸਫ਼ਰ ਕਰਕੇ ਗੁਰੂ ਮਹਾਰਾਜ ਜੀ ਦਾ ਸੀਸ ਆਨੰਦਪੁਰ ਸਾਹਿਬ ਤੱਕ ਲੈ ਕੇ ਜਾਣਾ। ਉਹਨੇ ਇਹ ਵੀ ਪਰਵਾਹ ਨਹੀਂ ਕੀਤੀ ਕਿ ਰਸਤੇ ਦੇ ਵਿੱਚ ਜੇ ਮੈਨੂੰ ਕੁਛ ਹੋ ਗਿਆ ਤੇ ਮੇਰੇ ਗੁਰੂ ਦੇ ਸੀਸ ਦੀ ਕੌਣ ਰਖਵਾਲੀ ਕਰੇਗਾ। ਪਰ ਉਹਨੇ ਇਹ ਸੋਚਿਆ ਕਿ ਮਹਾਰਾਜ ਇਹ ਸੇਵਾ ਹੁਣ ਲੈ ਲਿਓ, ਜਿੱਥੇ ਮਰਜ਼ੀ ਤੱਕ ਪਹੁੰਚਾਇਓ, ਲੇਕਿਨ ਇਹ ਸੀਸ ਹੁਣ ਕਮਾਲ ਹੋਏਗਾ। ਉਹ ਭਾਈ ਜੈਤਾ ਸਾਰੇ ਹਿੰਦੁਸਤਾਨ ਨੂੰ ਬਚਾਉਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਅਖੀਰਲੇ ਸਮੇਂ ਉਸ ਗੁਰੂ ਕੇ ਹੱਥ ਵਿੱਚ ਆਇਆ। ਉਸ ਗੁਰੂ ਕੇ ਸਿੱਖ ਨੇ ਉਸ ਸੀਸ ਦੀ ਸੇਵਾ ਕੀਤੀ। ਇੱਕ ਪਾਸੇ ਉਹ ਹੈ ਜੋ ਆਪਣੇ ਗੁਰੂ ਦੇ ਸੀਸ ਕਰਕੇ ਆਪਣੀ ਜਾਨ ਤਲੀ ਤੇ ਖਿੜ ਕੇ ਦੌੜੀ ਜਾਂਦਾ ਹੈ, ਦੌੜੀ ਜਾਂਦਾ ਹੈ, ਭੁੱਖਾ ਪਿਆਸਾ, ਨਾ ਨਹਾਣਾ, ਨਾ ਧੋਣਾ, ਨਾ ਪਾਣੀ, ਨਾ ਪ੍ਰਸ਼ਾਦਾ। ਔਰ ਇੱਕ ਪਾਸੇ ਅਸੀਂ ਹੈਗੇ ਹਾਂ ਪੱਗਾਂ ਬੰਨ੍ਹ ਕੇ, ਅਸੀਂ ਗੁਰੂ ਨਾਨਕ ਦਾ ਕਿੰਨਾ ਨਾਮ ਰੌਸ਼ਨ ਕਰ ਰਹੇ ਹਾਂ ਆਪਣੇ ਅਹੰਕਾਰ ਦੇ ਵਿੱਚ, ਆਪਣੇ ਗੁੱਸੇ ਦੇ ਵਿੱਚ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਆਪਣੀ ਸਿੱਖੀ ਨੂੰ ਨਹੀਂ ਟਿਕਣ ਦੇ ਰਹੇ ਸਾਧ ਸੰਗਤ ਜੀ। ਬਾਹਰ ਤੇ ਬੜੀ ਦੂਰ ਦੀ ਗੱਲ, ਦੁਕਾਨ 'ਚ ਨੌਕਰ ਹੈਗੇ ਨਾ, ਸਾਰੇ ਕਾਰੋਬਾਰੀ ਬੰਦੇ ਬੈਠੇ ਆ। ਉਹ ਗਰੀਬ ਨੌਕਰ ਇਸ ਕਰਕੇ ਨਹੀਂ ਤੁਹਾਡੇ ਕੋਲ ਕੰਮ ਕਰ ਰਿਹਾ ਕਿ ਉਹਨੂੰ ਲੋੜ ਹੈ, ਭੁੱਲ ਜਾਈਏ। ਗੁਰੂ ਨਾਨਕ ਦੇ ਸਿੱਖ ਦੇ ਕੋਲ ਅਗਰ ਕੋਈ ਨੌਕਰ ਕੰਮ ਕਰ ਰਿਹਾ ਹੈ ਤੇ ਗੁਰੂ ਨਾਨਕ ਚਾਹੁੰਦਾ ਆ ਕਿ ਉਸ ਗਰੀਬ ਦਾ ਭਲਾ ਮੇਰਾ ਸਿੱਖ ਕਰ ਦੇਵੇ। ਇਹਦੀ ਪਵਿੱਤਰ ਕਮਾਈ ਕਰਕੇ ਉਹ ਵੀ ਕਿੱਥੇ ਅਗਲੇ ਜਨਮਾਂ ਵਿੱਚ ਸਿੱਖੀ ਹਾਸਲ ਕਰ ਲੂਗਾ, ਸਿੱਖੀ ਕਬੂਲ ਹੋ ਜਾਏਗੀ ਉਹਨੂੰ ਵੀ। ਇਹਦੀ ਪੜ੍ਹੀ ਹੋਈ ਗੁਰਬਾਣੀ, ਇਹਦੇ ਅੰਮ੍ਰਿਤ ਵੇਲੇ ਦੇ ਜਾਪ ਉਸ ਗਰੀਬ ਬੰਦੇ ਦੇ ਵੀ ਕੋਈ ਭਲਾ ਹੋ ਜਾਏਗਾ। ਜੇ ਸਿੱਖਾਂ ਦੇ ਘਰ ਦੇ ਵਿੱਚ ਕੋਈ ਪੈਟ ਹੈ ਨਾ, ਕੋਈ ਤੋਤਾ, ਕੋਈ ਬਿੱਲੀ, ਕੋਈ ਕੁੱਤਾ, ਇਹ ਨਾ ਸੋਚੀਏ ਅਸੀਂ ਆਪਣੇ ਸ਼ੌਂਕ ਨਾਲ ਲੈ ਆਇਆ। ਸਾਨੂੰ ਗੁਰੂ ਨਾਨਕ ਨੇ ਸੇਵਾ ਬਖਸ਼ੀ ਹੈ ਕਿ ਜਾ ਤੇਰਾ ਭਲਾ ਕਰਨ ਦਾ ਟਾਈਮ ਆ ਗਿਆ, 84 ਕੱਟਣ ਦਾ ਟਾਈਮ ਆ ਗਿਆ, ਤੈਨੂੰ ਸਿੱਖਾਂ ਦੇ ਘਰ ਭੇਜਦੇ ਆ ਜੋ ਬਾਣੀ ਪੜ੍ਹਦੇ ਆ, ਅੰਮ੍ਰਿਤ ਵੇਲੇ ਉੱਠਦੇ ਆ, ਅਗਲਾ ਜਨਮ ਤੇਰਾ। ਇਹ ਵਿਸ਼ਵਾਸ ਜੇ ਸਾਨੂੰ ਆਪਣੀ ਡਿਊਟੀ ਮਹਿਸੂਸ ਹੋ ਜਾਏਗੀ ਕਿ ਉਹ ਨੌਕਰ ਨੌਕਰ ਨਹੀਂ, ਔਰ ਨੌਕਰ ਗੁਰੂ ਦਾ ਭੇਜਿਆ ਹੋਇਆ ਮੇਰੇ ਸੇਵਾ ਕਰਨ ਦਾ ਇੱਕ ਮੌਕਾ ਆ, ਨੌਕਰ ਨਹੀਂ ਮੌਕਾ, ਫਿਰ ਸਭ ਕੁਝ ਪਿਆਰ ਵਿੱਚ ਬਦਲ ਜਾਏਗਾ। ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਇਹ ਦਾਤਾਂ ਦਿੱਤੀਆਂ ਹੋਈਆਂ ਲੇਕਿਨ ਵਡਿਆਈਆਂ ਮਹਾਰਾਜ ਦੇ ਚਰਨਾਂ ਦੇ ਵਿੱਚ। ਜਦੋਂ ਅਸੀਂ ਦਾਤ ਨਾਲ ਚਿੰਬੜ ਜਾਂਦੇ ਹਾਂ ਫਿਰ ਦਾਤਾਰਾ ਵਿਸਰ ਜਾਂਦਾ ਹੈ। ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ। ਸਾਧ ਸੰਗਤ ਜੀ 1 ਮਿੰਟ 2 ਮਿੰਟ 4 ਮਿੰਟ 10 ਮਿੰਟ ਦੀ ਗੱਲਾਂ ਹੋਰ ਨੇ। ਸਾਨੂੰ ਗੁਰੂ ਮਹਾਰਾਜ ਹੁਕਮ ਕਰ ਰਹੇ ਨੇ ਸਦਾ ਸਦਾ ਗੁਣ ਗਾਈ ਹੈ। ਗੁਰੂ ਮਹਾਰਾਜ ਆਪ ਵੀ ਕਹਿ ਰਹੇ ਨੇ ਕਿ ਅਸੀਂ ਵੀ ਸਦਾ ਸਦਾ ਗੁਣ ਗਾ ਰਹੇ ਹਾਂ। ਤੁਸੀਂ ਸਾਨੂੰ ਹਰਿਮੰਦਰ ਸਾਹਿਬ ਬਖਸ਼ਿਆ, ਤੁਸੀਂ ਸਾਨੂੰ ਗੁਰੂ ਗੱਦੀ ਬਖਸ਼ੀ,
ਅਸੀਂ ਵੀ ਸਦਾ ਸਦਾ ਗਾਈਏ, ਕੋਈ ਮੌਕਾ ਨਾ ਛੱਡੀਏ। ਇਸ਼ਨਾਨ ਕਰਦੇ ਵੇਲੇ, ਪ੍ਰਸ਼ਾਦਾ ਬਣਾਉਣ ਦੇ ਵੇਲੇ, ਡਰਾਈਵਿੰਗ ਕਰਦੇ ਵੇਲੇ, ਪੜ੍ਹਾਈ ਕਰਦੇ ਵੇਲੇ, ਕਾਲਜ ਜਾਂਦੇ ਹੋਏ, ਕੰਮ ਕਾਜ 'ਤੇ ਆਉਂਦੇ ਹੋਏ, ਸੁੱਤੇ ਹੋਏ ਵੀ 24 ਘੰਟੇ ਵਾਹਿਗੁਰੂ 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 ਟੇਪ ਰਿਕਾਰਡਰ 'ਤੇ ਲਾ ਕੇ ਰੱਖ ਦਈਏ। ਇੱਕ ਸੈਕਿੰਡ ਵੀ ਇਹੋ ਜਿਹਾ ਨਾ ਹੋਵੇ ਕਿ ਸਾਡੇ ਕੰਨਾਂ ਦੇ ਵਿੱਚ ਜਾਂ ਸਾਡੇ ਮੁਖ ਦੇ ਵਿੱਚ ਵਾਹਿਗੁਰੂ ਨਾ ਹੋਵੇ। ਉਹ ਹੈ ਪ੍ਰੇਮ। ਜਦੋਂ ਨੇਮ ਦੇ ਨਾਲ ਪਿਆਰ ਹੋ ਜਾਂਦਾ ਨਾ ਸਾਧ ਸੰਗਤ ਜੀ, ਅਗਲੀ ਪੰਕਤੀ ਆ ਰਹੀ ਹੈ, ਉਹ ਨੇਮ ਫਿਰ ਪ੍ਰੇਮ ਬਣ ਜਾਂਦਾ। ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਨੇਮ ਬਖਸ਼ਿਸ਼ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ 5-10 ਮਿੰਟ ਵਾਹਿਗੁਰੂ ਦਾ ਜਾਪ ਕਰੋ, 5-10 ਮਿੰਟ ਮੂਲ ਮੰਤਰ ਦਾ ਜਾਪ ਕਰੋ, 5 ਬਾਣੀਆਂ ਦਾ ਨਿਤਨੇਮ ਕਰੋ। ਸ਼ਾਮ ਨੂੰ ਰਹਿਰਾਸ ਸਾਹਿਬ, ਰਾਤ ਨੂੰ ਕੀਰਤਨ ਸੋਹਿਲੇ ਦਾ ਜਾਪ ਕਰੋ। ਇੱਕ ਨੇਮ ਹੈ, ਇੱਕ ਰੂਟੀਨ ਹੈ। ਬੱਚਾ ਸਕੂਲ ਜਾਂਦਾ ਹੈ, 0 ਪੀਰੀਅਡ, ਫਸਟ ਪੀਰੀਅਡ, ਸੈਕਿੰਡ ਪੀਰੀਅਡ, ਬ੍ਰੇਕ, ਉਸ ਤੋਂ ਬਾਅਦ 5th ਪੀਰੀਅਡ, ਫਿਰ ਛੁੱਟੀ। ਇੱਕ ਨੇਮ ਹੈ। ਲੇਕਿਨ ਇਹ ਨੇਮ ਨਿਭਾਉਂਦੇ 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 ਪ੍ਰੇਮ ਪੈ ਜਾਂਦਾ ਆ। ਫਿਰ ਗਿਣਤੀ ਮਿਣਤੀ ਤੋਂ ਬੰਦਾ ਪਰੇ ਹੋ ਜਾਂਦਾ। ਫਿਰ ਕਬੀਰ ਸਾਹਿਬ ਦੀ ਪੰਕਤੀ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਨਾਮ। ਫਿਰ ਗਿਣਤੀ ਮਿਣਤੀ, ਫਿਰ ਪ੍ਰੇਮ ਵਿੱਚ ਫਿਰ ਇੱਕ ਵਾਰੀ ਜਪਿਆ ਹੀ ਸਾਰੇ ਦਿਨ ਦਾ ਫਿਰ ਪ੍ਰਵਾਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਹੋਏ, ਗਿਣਤੀ ਦੀ ਗੱਲ 'ਤੇ ਧਿਆਨ ਆਇਆ। ਉਹਨਾਂ ਦਾ ਪਿਆਰਾ ਗੁਰਸਿੱਖ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦਾ ਸੀ ਸਾਧ ਸੰਗਤ ਜੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ 12ਵੇਂ ਮੁਖੀ ਹੋਏ। ਇੱਕੋ ਇੱਕ ਸਾਡੀ ਪੰਥ ਦੀ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 27 ਵਾਰ ਸੰਪੂਰਨ ਕਥਾ ਕੀਤੀ, ਲੜੀਵਾਰ 27 ਵਾਰ। ਉਹਨਾਂ ਦਾ ਪੜ੍ਹਾਇਆ ਹੋਇਆ ਸਟੂਡੈਂਟ ਮੋਗੇ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰ ਰਹੇ ਸੀ, ਅਤੇ ਉਹਨਾਂ ਦਾ ਨੇਮ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ 25 ਪਾਠ ਜਪਜੀ ਸਾਹਿਬ ਦੇ ਕਰਨਾ। ਬਾਹਰ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਬਗੀਚਾ ਬਣਿਆ ਸੀ ਉਹਦੇ 'ਚ ਬਹਿ ਜਾਣਾ ਜਾਂ ਲੇਟ ਜਾਣਾ, ਆਪਣੀ ਮੌਜ ਦੇ ਵਿੱਚ 25 ਪਾਠ ਸਾਰਾ ਦਿਨ 'ਚ ਕਰਨੇ। ਇਸੀ ਪਿੰਡ ਦੇ ਵਿੱਚ ਇੱਕ ਘਰ ਸੀਗਾ, ਘਰ ਵਾਲਿਆਂ ਕੋਲ ਬੱਚਾ ਨਹੀਂ ਸੀਗਾ। ਅਕਸਰ ਜਦੋਂ ਬੰਦਾ ਤੰਗ ਹੁੰਦਾ ਤੇ ਸਾਰਿਆਂ ਕੋਲ ਜਾਂਦਾ। ਇਹ ਪਰਿਵਾਰ ਨੇ ਵੀ ਸਦੇ ਪੰਡਿਤ ਜੀ, ਉਹਨਾਂ ਨੇ ਜਾਪ ਕੀਤਾ। ਪੰਡਿਤ ਜੀ ਕਹਿੰਦੇ ਪੁੱਤਰ ਹੋਏਗਾ, ਅਗਲੇ ਸਾਲ ਆਉਣਗੇ। ਪੁੱਤਰ ਹੋਇਆ, ਸਾਰੇ ਬਹੁਤ ਖੁਸ਼ ਹੋਏ। ਜਦੋਂ ਜਨਮ 'ਤੇ ਆਏ ਤੇ ਕਹਿੰਦੇ ਪੁੱਤਰ ਦੇ ਦਿੱਤਾ, ਲੇਕਿਨ ਇਹਦੀ ਉਮਰ ਸਿਰਫ 5 ਸਾਲ ਦੀ ਹੋਏਗੀ। ਪਰਿਵਾਰ ਖੁਸ਼ ਵੀ ਸੀਗਾ, ਮਾਯੂਸ ਵੀ ਹੋ ਗਿਆ। ਹੁਣ ਪਰਿਵਾਰ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਨੀ ਸ਼ੁਰੂ ਕਰਦਾ, ਹੋਰ ਮਹਾਂਪੁਰਸ਼ਾਂ ਨੂੰ, ਪੀਰਾਂ ਨੂੰ, ਕੋਈ ਵੀ ਨਹੀਂ ਛੱਡਦੇ। ਕੋਈ ਦੱਸਦਾ ਹੈ ਕਿ ਇਹ ਸਿੰਘ 25 ਪਾਠ ਜਪਜੀ ਸਾਹਿਬ ਦੇ ਕਰਦੇ ਆ, ਇਹਨਾਂ ਨੂੰ ਵੀ ਬੁਲਾ ਕੇ ਪ੍ਰਸ਼ਾਦਾ ਛਕਾਓ ਤੇ ਬੇਨਤੀ ਕਰੋ। ਸਿੰਘ ਨੂੰ ਬੁਲਾਉਂਦੇ ਨੇ, ਪ੍ਰਸ਼ਾਦਾ ਛਕਾਉਂਦੇ ਨੇ। ਕਹਿੰਦੇ ਭਾਈ ਸਾਹਿਬ ਬੱਚਾ ਦਿੱਤਾ ਹੈ ਸਾਨੂੰ ਪੰਡਿਤ ਜੀ, ਸਾਡੀ ਬੜੀ ਮਿਹਰ ਹੋਈ ਹੈ ਸਾਡੇ ਉੱਪਰ, ਪਰ ਸਾਨੂੰ ਇਹ ਦੱਸਿਆ ਗਿਆ ਕਿ ਇਹ 5 ਸਾਲ, ਇਹਦੀ ਜੀਵਨ ਸਿਰਫ 5 ਸਾਲ ਦਾ ਹੈ। ਤੇ ਸਿੰਘ ਮਹਾਰਾਜ ਦੀ ਖੁਸ਼ੀ ਦੇ ਵਿੱਚ ਆ ਕੇ ਜਪਜੀ ਸਾਹਿਬ ਦੇ ਭਰੋਸੇ ਦੇ ਵਿੱਚ ਕਹਿੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਨਿਤਨੇਮ 25 ਪਾਠ ਜਪਜੀ ਸਾਹਿਬ ਦਾ। ਉਹਨੂੰ ਡਬਲ ਵਧਾ ਦਿੰਦੇ ਆ, 50 ਸਾਲ ਦੀ ਉਮਰ ਗੁਰੂ ਨਾਨਕ ਦੇ ਘਰੋਂ ਤੁਹਾਡੇ ਬੱਚੇ ਨੂੰ ਦਿੱਤੀ। ਬੜੇ ਖੁਸ਼ ਹੋ ਜਾਂਦੇ ਆ। ਬੜੇ ਖੁਸ਼ ਹੋ ਜਾਂਦੇ ਆ। ਹੁਣ 2-4 ਸਾਲਾਂ ਬਾਅਦ ਪੰਡਿਤ ਜੀ ਨੂੰ ਯਾਦ ਹੈ ਵੀ ਇਸ ਘਰ ਦੇ ਵਿੱਚ ਬੱਚੇ ਨੇ ਪੂਰਾ ਹੋਣਾ, ਉਹਦਾ ਸ਼ਰਾਧ ਵਗੈਰਾ ਕੀਤਾ ਜਾਏਗਾ। ਕੋਈ ਵੀ ਇਸ ਗੱਲ ਨੂੰ ਨਾ ਨੈਗੇਟਿਵ ਨਹੀਂ ਨਾ ਲਿਓ। ਸਾਡੀ ਸਾਰਿਆਂ ਦੀ ਜੀਵਨ ਕਿਸੇ ਨਾ ਕਿਸੇ ਸਪਿਰਿਚੁਅਲ ਸਟੇਜ 'ਤੇ ਹੈ। ਕੋਈ ਪੌੜੀ ਪਹਿਲੀ 'ਤੇ ਹੈ, ਕੋਈ ਪੌੜੀ 10ਵੀਂ 'ਤੇ ਹੈ, ਕੋਈ ਪੌੜੀ ਪੰਜਾਬੀ 'ਤੇ ਹੈ। ਇਹ ਮਹਾਰਾਜ ਦੇ ਹੱਥ ਦੀ ਖੇਡ ਹੈ। ਪੰਡਿਤ ਜੀ ਆਉਂਦੇ ਨੇ 5ਵੇਂ-6ਵੇਂ ਸਾਲ, ਬੱਚਾ ਖੇਡਦਾ ਖੇਡਦਾ ਬਾਹਰ ਆ ਜਾਂਦਾ। ਅਰੇ ਇਹ ਇੱਥੇ ਹੀ ਹੈ। ਹਾਂਜੀ ਮਹਾਰਾਜ ਇੱਥੇ ਹੀ ਹੈ, ਤੁਸੀਂ ਦਿੱਤਾ ਸੀਗਾ, ਭੁੱਲ ਗਏ। ਮੈਂ ਤੇ ਦਿੱਤਾ ਸੀ, ਕਿਹਾ ਸੀ 5 ਸਾਲ। ਨਹੀਂ ਨਹੀਂ ਮਹਾਰਾਜ ਨਹੀਂ, ਇਹੋ ਨਾ ਹੁਣ ਨਾ ਕਹੋ, ਉਹਦੇ 50 ਸਾਲ ਦੀ ਉਮਰ ਮਹਾਰਾਜ ਨੇ ਬਖਸ਼ਿਸ਼ ਕਰਤੀ। ਅੱਛਾ ਕਿਹਨੇ ਕੀਤੀ? ਉਹ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ। ਕੌਣ ਹੈ ਇਹੋ ਜਿਹਾ? ਥੋੜ੍ਹੇ ਜਿਹੇ ਗੁੱਸੇ ਵਿੱਚ ਆ ਜਾਂਦਾ, ਅਕਸਰ ਹੁੰਦਾ ਨਾ, ਕੰਪੀਟੀਟਰ ਆ ਜਾਂਦਾ। ਇੱਕ ਦੁਕਾਨਦਾਰ ਦੇ ਨਾਲ ਦੂਸਰਾ ਦੁਕਾਨਦਾਰ ਆ ਗਿਆ ਤੇ ਕੰਪੀਟੀਸ਼ਨ। ਕੌਣ ਹੈ?
पंडित जी जाते ने, ये सिंह साहब लेटे हुए ने घाह के उपर जपजी साहब का जाप कर रहे हैं, राती रुती थिती वार प्यार दे विच। ये 25 बार जपजी साहब 5-5 मिनट वाले नहीं साध संगत जी, अद्धा अद्धा पौना पौना घंटा ला के सारा दिन एक एक पंक्ति नूं खोल खोल के, एक एक अखर नूं खोल खोल के प्यार दे विच। हाँ जी, मैं सुनिया तुसी बच्चे की उम्र वधाती है, किदे कोलों पुछ के वधाई? ये अपना जाप कर रहे हैं, राती रुती थिती वार पौड़ी समाप्त करते हैं। पंडित जी थोड़े जे गर्म होंदे ने, ये सिंह पौड़ी समाप्त करके मूँह तो कहता 60, 50 साल दिते सी, कहता 60। पंडित जी नूं समझ नहीं आउंदा, थोड़ा जिहा होर गुस्से हो जाते हैं करके सिंह बाणी पढ़ रहे, गल नहीं विचे कर रहे, अगली पौड़ी शुरू करती। पंडित जी थोड़ा होर गुस्से होंदे ने, सिंह साहब रुक के फिर कहते ने 70। पंडित जी होर गुस्से होंदे ने, हुण इस बारी अपने पैर दे नाल सिंह दे लत्त नूं ठोडा मारदे ने। सिंह साहब कहते ने 80। पंडित जी होर गुस्से होंदे ने, हुण इस टाइम सिंह साहब नूं चपेड़ मार देंदे ने। फिर सिंह साहब उठ के बहते ने, पंडित जी 90 साल ये पुत्र जीएगा, जिन्हों बुलाना बुला ले, कोई नहीं लैके जा सकेगा इनू। अज भी वो शख्स अज भी जींदा आ साध संगत जी, किसी को चाहिए हो कॉन्टैक्ट डिटेल लै लियो, ये इतिहास किताबों में भी लिखा हो, और वो बच्चा हजे भी जींदा है। ये है बख्शिश एक सच्ची दाड़ी वाले सिख दी। ये कोई करामात नहीं है साध संगत जी, ये गुरु का भरोसा आ, ये गुरु नानक की बाणी ते अटुट भरोसा आ। सतगुरु मेरा मार जी वाले, इस भरोसे दे विच सानू सारियां नू आना है। ये भरोसे तो बिना गल नहीं बनेगी। बीबियां दाल बनाउंदियां ना, तो विचे विचे टेस्ट करदियां, दाल गल गई, वो दाल के दाणियां नू दबा के देखदियां, चावल गल गए, दाल गए। जदों तक ये भरोसा नहीं आएगा वो दाल नहीं गलेगी, गल नहीं बनेगी। नेम निभाहियो सतगुरु प्रभ किरपा धारी। महाराज ने किरपा की, साडा नेम, गुरु अर्जन देव जी महाराज कह रहे ने, साडा नेम साडे सतगुरु गुरु रामदास महाराज ने प्रभु की किरपा दे नाल पूरा किया। सानू ये दात बख्शिश की कि हरमंदर साहिब की सेवा साडे कोलों लई। और साध संगत जी इन्हां ही शब्दां करके, इसी निमरता करके अज दरबार साहिब सिखां दी एक सिरमौर पूजनीक अस्थान हैगा है। नाम धन गुण गाओ, लाभ पूरै गुर दिता। असी दुनियावी तौर पर हरेक चीज़ की प्रॉफिटेबिलिटी लभदे हाँ। बीबियां बैठियां या 10 रुपये 5 रुपये की सब्जी लैण वास्ते भी असी देखते हैं कि कोई कीड़े वाली सब्जी ना लै लईए, भिंडी तरकारी जिहड़ी लैनी है, उत्थे असी प्रॉफिटेबल लाभ लभदे हाँ कि मेरे पैसे 2-4 बच जाण। पर इस घर दे विच आके असी वो लाभ नहीं लै पाते, असी व्यापारी बन जाते हैं। महाराज ये दऊंगे तो ये लाओगे, 5 मिनट का समा है, 5 मिनट तो बाद जाना है, बस इन्ना ही समा असी कढ़ना है। ये नहीं कि महाराज अज खुला समय कृपा करियो 6 घंटे बिठा के जाप करवा लियो। साध संगत जी एक आई एम नॉट कंपेयरिंग एनीवन, पर बाहरली संगतां दे मनां दे विच ना गुरु प्रति भावना बड़ी जबरदस्त है। वो अपने घरां तो 2-2 3-3 घंटे 4-4 घंटे लैके ही निकलते आ। इहो जे भी गुरसिख प्यारे ने, जे कोई परकरण कथा का कीर्तन का शुरू हो गया तो कम की छुट्टियां लै लेंदे ने, ईमेल मैसेज कर देंदे ने कम ते नहीं आ रहे, चौर साहिब भी करी जाणगे महाराज नूं, महाराज अज तेरे तेरे भरोसे प्यारे, अज तेरा अज दा दिन तेरे लिए। शरदा भावना की बड़ी प्यारी एक पूंजी उन्हां कोल हैगी, इत्थे भी सिखां कोल हैगी। पर बाहरली संगत का झुकाव प्रेम वल ज़्यादा है, नेम वल थोड़ा जा घट है। सो ये धन जिहड़ा आ सब तो ज़्यादा लाभदायक धन है। इस दरबार च बैठे रहना, भावें 12-12 घंटे 24-24 घंटे बहन का मौका मिले, बैठे रहना बैठे रहना बैठे रहना। असी घड़ियां देखते हैं, लेकिन महाराज कह रहे ने लाभ पूरा गुर दिता, यही लाभ है।
ਵਣ ਜਾਰੇ, ਅਖੀਰਲੀ ਪੰਕਤੀ ਹੈ ਸਾਧ ਸੰਗਤ ਜੀ। ਵਣ ਜਾਰੇ ਸੰਤ ਨਾਨਕਾ, ਪ੍ਰਭ ਸਾਹ ਅਮਿੱਤਾ। ਸੰਤ ਸਾਧੂ ਮਹਾਪੁਰਸ਼ਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇੱਥੋਂ ਖਟਿਆ ਹੋਇਆ ਪ੍ਰੋਡਕਟ ਕਦੀ ਐਕਸਪਾਇਰ ਨਹੀਂ ਹੋਏਗਾ। ਇੱਥੋਂ ਲਈ ਹੋਈ ਦਵਾਈ ਕਦੀ ਐਕਸਪਾਇਰ ਨਹੀਂ ਹੋਏਗੀ, ਸਾਰੀ ਜ਼ਿੰਦਗੀ ਤੋਂ ਬਾਅਦ ਵੀ ਚਲਦੀ ਰਹੇਗੀ। ਇਹ ਮਹਾਂਪੁਰਸ਼ਾਂ ਸਾਧੂਆਂ ਨੂੰ ਪਤਾ ਹੈ, ਕਿਉਂਕਿ ਪ੍ਰਭ ਸਾਹੋ ਅਮਿੱਤਾ, ਕਿਉਂਕਿ ਪ੍ਰਭੂ ਜਿਹੜਾ ਸ਼ਾਹ, ਇਹ ਬਿਜ਼ਨਸਮੈਨ ਜਿਹੜਾ ਆ, ਇਹਦੇ ਪ੍ਰੋਡਕਟ ਵਰਗੇ ਪ੍ਰੋਡਕਟ ਕਿਸੇ ਕੋਲ ਹੈ ਹੀ ਨਹੀਂ ਦੁਨੀਆ ਦੇ ਵਿੱਚ। ਇਹੀ ਇਹੋ ਜਿਹੇ ਯੂਨੀਕ ਪ੍ਰੋਡਕਟ ਨੇ ਗੁਰਬਾਣੀ ਦੇ ਸ਼ਬਦ, ਗੁਰਬਾਣੀ ਦਾ ਵਿਚਾਰ, ਜੀਵਨ ਜਾਂਚ, ਇਤਿਹਾਸ, ਜੋ ਦੁਨੀਆ ਦੇ ਵਿੱਚ ਕਿਸੇ ਹੋਰ ਬਿਜ਼ਨਸਮੈਨ ਦੇ ਕੋਲ ਨਹੀਂ ਹੈ। ਇਸੇ ਕਰਕੇ ਇਹ ਪ੍ਰੋਡਕਟ ਸਾਨੂੰ ਲੈਣੇ ਚਾਹੀਦੇ ਆ, ਇਹ ਪ੍ਰੋਡਕਟਾਂ ਨਾਲ ਆਪਣਾ ਜੀਵਨ ਜੀਣਾ ਚਾਹੀਦਾ ਆ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਸੋਚੈ ਸੋਚ ਨਾ ਹੋਵਈ, ਨਹੀਂ ਸੋਚਣ ਦੀ ਲੋੜ, ਛੱਡ ਦਈਏ। ਬਿਜ਼ਨਸ ਚੱਲਣਾ ਹੈ, ਚਲਾ ਦੇਣਾ ਹੈ, ਜੋ ਲਿਖਵਾਇਆ ਉਸ ਤੋਂ ਜ਼ਿਆਦਾ ਨਹੀਂ ਲੈ ਕੇ ਆ ਸਕਦੇ। ਗੁਰੂ ਤੇ ਇੰਨਾ ਪਿਆਰਾ ਸਾਧ ਸੰਗਤ ਜੀ, ਬਿਨਾਂ ਮੰਗੇ ਹੀ ਮੋਤੀ ਦੇਈ ਜਾਂਦਾ, ਬਿਨਾਂ ਮੰਗੀ ਸਾਡੇ ਹੱਥ ਪੈਰ ਸਲਾਮਤ ਨੇ। ਦਾਸ ਵੀਲ ਚੇਅਰ ਤੇ ਹੈਗਾ, ਆਪ ਜੀ ਸਾਰੇ 2 ਲੱਤਾਂ ਤੇ ਹੈਗੇ, ਉਹੀ ਬੜਾ ਵੱਡਾ ਸ਼ੁਕਰਾਨਾ ਹੈ, ਉਹੀ ਬੜਾ ਵੱਡਾ ਸ਼ੁਕਰਾਨਾ। ਅਸੀਂ ਬਾਥਰੂਮ ਵੀ ਆਪੇ ਨਹੀਂ ਜਾ ਸਕਦੇ, ਇੰਨਾ ਹੀ ਬਹੁਤ ਸ਼ੁਕਰ ਹੈ ਸਾਰਿਆਂ ਵਾਸਤੇ। ਕਰੋਨਾ ਦੇ ਵਿੱਚ ਨਹੀਂ ਮਰੇ, ਬਚ ਗਏ, ਇੰਨਾ ਹੀ ਬਹੁਤ ਸ਼ੁਕਰ ਹੈ ਕਿ ਮਹਾਰਾਜ ਤੂੰ ਬਚਾ ਲਿਆ। ਲੋਕਾਂ ਨੂੰ ਤੇ ਅੰਤਿਮ ਸੰਸਕਾਰ ਕਰਨ ਵਾਸਤੇ ਲੱਕੜਾਂ ਵੀ ਨਸੀਬ ਹੋਈਆਂ। ਸੋ ਸਾਧ ਸੰਗਤ ਜੀ, ਅਖੀਰਲੀ ਪੰਕਤੀਆਂ 2 ਵਾਰੀ ਪੜ੍ਹ ਕੇ ਸਮਾਪਤੀ ਕਰਦੇ ਆ। ਸਾਰੀ ਸੰਗਤ ਦਾ, ਹੈਡ ਗ੍ਰੰਥੀ ਸਾਹਿਬਾਨ ਜੀ ਦਾ, ਸਾਰੇ ਸੇਵਾਦਾਰਾਂ ਦਾ, ਪ੍ਰਬੰਧਕਾਂ ਦਾ ਬੇਅੰਤ ਸ਼ੁਕਰਾਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ। ਮਹਾਰਾਜ ਗਲਤੀਆਂ ਭੁੱਲਾਂ ਸਾਡੀਆਂ ਬਖਸ਼ ਲੈਣ। ਅਸੀਂ ਇੱਕ ਭਾਵਨਾ ਨਾਲ ਆਏ ਸੀ ਕਿ 5 ਵਾਰੀ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਾਪ ਸੰਗਤ ਰੂਪ 'ਚ ਕਰਨਾ ਹੈ। ਆਪਾਂ 1 ਮਿੰਟ 'ਚ ਕਰਕੇ ਫਿਰ ਸਮਾਪਤੀ ਕਰਦੇ ਹਾਂ। ਪਹਿਲੇ ਪੰਕਤੀ ਅਖੀਰਲੀ ਪੜ੍ਹ ਕੇ ਫਿਰ ਗੁਰੂ ਮਹਾਰਾਜ ਦਾ ਜਾਪ। ਨਾਮ ਧਨ ਗੁਣ ਗਾਓ, ਲਾਭ ਪੂਰੈ ਗੁਰ ਦਿੱਤਾ। ਵਣਜਾਰੇ ਸੰਤ ਨਾਨਕਾ, ਪ੍ਰਭ ਸਾਹੁ ਅਮਿੱਤਾ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਸੋ ਸਾਧ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।